ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਯੁਗੋ ਯੁਗ ਅਟਲ ਚਬਰ ਤਖਤ ਛਤਰ ਦੇ ਮਾਲਕ, ਸਰਵਰੇ ਕੁਲ ਆਲਮ ਸਤਕਾਰੇ ਅਰਸ਼ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਬਾਰਕ ਚਰਨਾਂ ਦੇ ਵਿੱਚ ਆਪ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਜ਼ਿਆਰਤ ਕਰਦਿਆਂ ਨਤਮਸਤਕ ਹੋਏ ਹੋ। ਸੋ ਗਰੀਬ ਨਵਾਜ ਸਭ ਦੀਆਂ ਹਾਜ਼ਰੀਆਂ ਸੇਵਾਵਾਂ ਭੇਟਾਵਾਂ ਦਰ ਤੇ ਪ੍ਰਵਾਨ ਕਰਨ। ਸੱਚੇ ਪਾਤਸ਼ਾਹ ਜੀ ਦਾ ਪਾਵਨ ਮੁਬਾਰਕ ਸ੍ਰੀ ਮੁਖ ਵਾਕ 695 ਅੰਗ ਤੇ ਧਨਾਸਰੀ ਰਾਗ ਸਰਲੇਖ ਹੈ ਧਨਾਸਰੀ ਬਾਣੀ ਭਗਤਾਂ ਕੀ। ਭਗਤਾਂ ਦੀ ਬਾਣੀ ਦੇ ਸਰਲੇਖ ਅੰਦਰ ਭਗਤ ਧੰਨਾ ਜੀ ਦਾ ਇਹ ਪਾਵਨ ਸ਼ਬਦ ਭਗਤ ਜੀ ਬਖਸ਼ਿਸ਼ ਕਰਦੇ ਨੇ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਰਤਾ ਕਰਦੇ ਨੇ। ਆਰਤੇ ਦਾ ਅਰਥ ਹੁੰਦਾ ਹੈ ਅਰਜ਼, ਮੰਗਣ ਵਾਲਾ, ਮੰਗਤਾ। ਹੁਣ ਮੰਗਣ ਵਾਲਾ ਮੰਗ ਰਿਹਾ ਹੈ, ਹੇ ਗੋਪਾਲ ਤੇਰੇ ਚਰਨਾਂ 'ਚ ਮੇਰੀ ਅਰਦਾਸ ਹੈ। ਇੱਥੇ ਨਾ ਇੱਕ ਬਾਤ ਸਮਝਣ ਵਾਲੀ ਹੈ ਕਿ ਮੰਗਣ ਵਾਲਾ ਕਿਸ ਤੋਂ ਮੰਗ ਰਿਹਾ ਹੈ? ਅਕਾਲ ਪੁਰਖ ਵਾਹਿਗੁਰੂ ਤੋਂ, ਕਿਸੇ ਮਨੁੱਖ ਦੇ ਪਾਸੋਂ ਨਹੀਂ। ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ। ਹੁਣ ਭਗਤ ਧੰਨਾ ਜੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਨੇ। ਕਹਿੰਦੇ ਗੋਪਾਲ, ਗੋ ਦਾ ਅਰਥ ਹੈ ਧਰਤੀ, ਪਾਲ ਦਾ ਅਰਥ ਹੈ ਪ੍ਰਤਪਾਲਨ ਕਰਨ ਵਾਲਾ, ਪਾਲਣਹਾਰਾ। ਗੋਪਾਲ ਤੇਰਾ ਆਰਤਾ, ਇਹ ਗੋਪਾਲ ਤੇਰੇ ਦਰ ਦਾ ਮੰਗਤਾ, ਤੇਰੇ ਚਰਨਾਂ 'ਚ ਅਰਦਾਸ ਕਰਦਾ ਹੈ। ਤੇ ਮੈਂ ਸੁਣਿਆ ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ। ਜਿਹੜਾ ਤੇਰਾ ਨਾਮ ਜਪਦਾ ਹੈ, ਤੂੰ ਉਹਨਾਂ ਦੇ ਸੁਭਾਵਿਕੀ ਕੰਮ ਕਰ ਦੇਣਾ। ਉਹਨਾਂ ਦੇ ਚਿੱਤ ਚੇਤੇ ਵੀ ਨਹੀਂ ਹੁੰਦਾ। ਜੋ ਮਨ ਚਿੱਤ ਨਾ ਚੇਤੇ ਸਨ, ਸੋਗਾਲੀ ਰੱਬ ਕੀਆਂ। ਕਹਿਣ ਲੱਗੇ ਸੇਵਕਾਂ ਦੇ ਉਹ ਚਿੱਤ ਚੇਤੇ ਵੀ ਨਹੀਂ ਹੁੰਦੀ ਗੱਲ, ਪਰ ਸੇਵਕ ਹੋਣਾ ਚਾਹੀਦਾ ਹੈ। ਉਹ ਫਾਰਮੈਲਿਟੀ ਨਾ ਕਰਦਾ ਹੋਵੇ, ਦਿਖਾਵਾ ਨਾ ਕਰਦਾ ਹੋਵੇ। ਭਗਤ ਜੀ ਕਹਿੰਦੇ, ਜੋ ਜਨ ਤੁਮਰੀ ਭਗਤ ਕਰਨ ਤੇ, ਇਹ ਅਕਾਲ ਪੁਰਖ ਵਾਹਿਗੁਰੂ ਜਿਹੜੇ ਤੇਰੀ ਭਗਤੀ ਕਰਦੇ ਨੇ, ਤੇਰੀ ਬੰਦਗੀ ਕਰਦੇ ਨੇ, ਤਿਨਕੇ ਕਾਜ ਸਵਾਰਤਾ, ਤਿੰਨਾਂ ਦੇ ਤੂੰ ਸਾਰੇ ਕਾਰਜ ਸਵਾਰਦਾ ਹੈ। ਹੁਣ ਇੱਥੇ ਫਿਰ ਇੱਕ ਬਾਤ ਸਮਝਣ ਵਾਲੀ ਹੈ। ਸਾਨੂੰ ਵਾਹਿਗੁਰੂ ਤੋਂ ਮੰਗਣਾ ਨਹੀਂ ਚਾਹੀਦਾ, ਸਾਨੂੰ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਤੇ ਜਿਹੜੀ ਚੀਜ਼ ਸਾਨੂੰ ਚਾਹੀਦੀ ਹੋਵੇਗੀ ਨਾ, ਉਹ ਆਪਣੇ ਆਪ ਹੀ ਦੇ ਦੇਗਾ। शरीर देता है, जुबान देती है,
ਨਿਗਾਹ ਦਿੱਤੀ ਹੈ, ਤੁਰਨ ਵਾਸਤੇ ਪੈਰ ਦਿੱਤੇ ਨੇ, ਕੰਮ ਕਰਨ ਵਾਸਤੇ ਹੱਥ ਦਿੱਤੇ ਨੇ, ਚੰਗੇ ਮਾੜੇ ਦੀ ਪਰਖ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਲਤਾਫਤ ਬਖਸ਼ੀ ਹੈ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਜਿਹੜੇ ਭਗਤੀ ਕਰਦੇ ਨੇ ਨਾ, ਬੰਦਗੀ ਕਰਦੇ ਨੇ ਜਿਹੜੇ, ਉਹਨਾਂ ਦੇ ਇਹ ਲੋਕ ਤੇ ਪਰਲੋਕ ਦੇ ਕਾਜ ਸਵਾਰਦਾ ਹੈ ਅਕਾਲ ਪੁਰਖ ਵਾਹਿਗੁਰੂ। ਰਹਿਰਾਸ ਜੀ ਦਾ ਪਾਠ ਸ਼ਾਮ ਨੂੰ ਰੋਜ਼ ਹੁੰਦਾ ਹੈ। ਪਾਤਸ਼ਾਹ ਕਹਿੰਦੇ ਨੇ ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਕਹਿਣ ਲੱਗੇ ਉਹ ਭਗਤ ਭਲੇ ਨੇ ਜਿਹੜੇ ਹਰੀ ਪਰਮੇਸ਼ਰ ਨੂੰ ਭਾ ਜਾਂਦੇ ਨੇ, ਜਿਹੜੇ ਉਹਦੀ ਭਗਤੀ ਕਰਦੇ ਨੇ। ਤੇ ਭਾਉਂਦੇ ਉਹੀ ਨੇ, ਚੰਗੇ ਉਹੀ ਲੱਗਦੇ ਨੇ ਜਿਹੜੇ ਬੰਦਗੀ ਕਰਦੇ ਆ। ਭਗਤ ਨਾਮਦੇਵ ਮਹਾਰਾਜ ਕਹਿੰਦੇ ਜਲ ਤਰੰਗ ਔਰ ਫੇਨ ਬੁੱਧਬਦਾ, ਜਲ ਤੇ ਭਿੰਨ ਨਾ ਹੋਈ। ਕਹਿਤ ਨਾਮ ਦਿਓ ਇਹ ਹਰ ਕੀ ਰਚਨਾ, ਉਹਨਾਂ ਦੀ ਰਚਨਾ ਹੈ ਤੇ ਉਹ ਮਨੁੱਖ ਤੋਂ ਵੱਖਰਾ ਨਹੀਂ ਹੈ। ਪਰ ਮਨੁੱਖ ਕਿਤੇ ਨਾ ਸ਼ੁਕਰਾ ਹੋ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ ਤੇ ਦੁਨਿਆਵੀ ਪਦਾਰਥਾਂ ਦੇ ਅੱਗੇ ਅੱਗੇ ਦੌੜਦਾ ਹੈ। ਯਾਨੀ ਸੰਤ ਸਿੰਘ ਮਸਕੀਨ ਇੱਕ ਉਦਾਹਰਨ ਦੇ ਦਿੰਦੇ ਸੀ। ਕਹਿੰਦੇ ਮਨੁੱਖ ਸਵੇਰ ਤੋਂ ਚੱਲਦਾ ਕਾਰਜਾਂ ਵਾਸਤੇ ਤੇ ਸਵੇਰੇ ਸ਼ਾਮ ਮਨੁੱਖ ਦੀ ਅੱਗੇ ਅੱਗੇ ਹੁੰਦੀ ਹੈ, ਅੱਗੇ ਅੱਗੇ ਸ਼ਾਮ ਹੁੰਦੀ ਹੈ। ਉਹ ਦੌੜਦਾ ਰਹਿੰਦਾ ਹੈ ਤੇ ਸ਼ਾਮਾਂ ਵੇਲੇ ਉਹੀ ਸ਼ਾਮ ਮਨੁੱਖ ਦੇ ਪਿੱਛੇ ਹੁੰਦੀ ਹੈ। ਇਸ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਹੈ, ਜਿਤਨਾ ਤੂੰ ਦੁਨਿਆਵੀ ਪਦਾਰਥਾਂ ਦੇ ਪਿੱਛੇ ਦੌੜੇਗਾ ਨਾ ਨਿਰੰਕਾਰ ਨੂੰ ਭੁਲਾ ਕੇ, ਉਤਨਾ ਤੇਰੇ ਹੱਥ ਵੱਸ ਕੁਝ ਵੀ ਨਹੀਂ ਆਉਣਾ। ਮਾਧਵੇ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮੰਨੀਐ ਕੋਈ ਨਾ ਤੈਸਾ। ਫਿਰ ਜਿਵੇਂ ਅਸੀਂ ਚਾਹੁੰਦੇ ਹਾਂ ਨਾ ਉਵੇਂ ਨਹੀਂ ਹੁੰਦਾ। ਫਿਰ ਬਾਬਾ ਫਰੀਦ ਇਹਦਾ ਸਾਨੂੰ ਇੱਕ ਨੁਕਤਾ ਦੱਸਦੇ ਨੇ। ਕਹਿੰਦੇ ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਜੇ ਤੂੰ ਕਿਤੇ ਨਿਰੰਕਾਰ ਵੱਲ ਤੁਰ ਪਵੇਂ ਨਾ ਤਾਂ ਰਿੱਧੀਆਂ ਸਿੱਧੀਆਂ ਬਰਕਤਾਂ, ਬਖਸ਼ਿਸ਼ਾਂ, ਚੜ੍ਹਦੀ ਕਲਾ, ਸੋਭਾ, ਵਡਿਆਈ ਸਭ ਤੇਰੇ ਪਿੱਛੇ ਦੌੜਨਗੀਆਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਜਿਹੜਾ ਬੰਦਗੀ ਕਰਦਾ ਹੈ। ਤੇ ਭਗਤ ਧੰਨਾ ਜੀ ਕਹਿੰਦੇ ਹੇ ਗੋਪਾਲ, ਹੇ ਨਿਰੰਕਾਰ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਮੇਰਾ ਵੀ ਥੋੜਾ ਜਿਹਾ ਕਾਰਜ ਸਵਾਰ ਦਿਓ। ਹੁਣ ਕਾਰਜ ਦੱਸਦੇ ਨੇ, ਦਾਲ ਸਿੱਧਾ ਮੰਗੋ ਘਿਓ। ਕਹਿਣ ਲੱਗੇ ਪਰਿਵਾਰ ਦੀ ਉਪਜੀਵਕਾ ਵਾਸਤੇ ਥੋੜੀ ਜੀ ਦਾਲ ਚਾਹੀਦੀ ਹੈ। ਸਿੱਧਾ ਆਟਾ, ਵੈਸੇ ਭਾਈ ਕਾਨ ਸਿੰਘ ਨਾਭਾ ਨੇ ਸਿੱਧੇ ਦਾ ਅਰਥ ਨਮਕ ਵੀ ਕੀਤਾ। ਇਹ ਵੀ ਜ਼ਰੂਰੀ ਹੈ, ਰਸੋਈ ਦੇ ਵਿੱਚ ਵਰਤਿਆ ਜਾਂਦਾ ਹੈ। ਦਾਲ ਸਿੱਧਾ ਮੰਗੋ ਘਿਓ। ਘਿਓ ਰਾਜਸਥਾਨ ਮਾਰਵਾੜੀ ਭਾਸ਼ਾ ਦੇ ਵਿੱਚ ਇਹਨੂੰ ਘਿਓ ਨੂੰ ਕਹਿੰਦੇ ਨੇ, ਅਸੀਂ ਕਹਿੰਦੇ ਨੇ ਘਿਓ। ਇਹ ਜਿਹੜੇ ਜਲੰਧਰ ਵਾਲੇ ਨੇ ਇਹ ਕਹਿੰਦੇ ਨੇ ਘੇ। ਚਲੋ ਸ਼ਬਦ ਟਰੈਵਲ ਕਰਦਾ, ਹਰ 20 ਕੋਹ ਤੇ ਜਾ ਕੇ ਬੋਲੀ ਦਾ ਥੋੜਾ ਥੋੜਾ ਫਰਕ ਪੈ ਜਾਂਦਾ ਹੈ। ਪੰਚਕੂਲਾ ਜਿਹੜਾ ਹੈ ਪੰਜਾਬ ਦੇ ਨੇੜੇ ਹੀ ਹੈ। ਸਾਡੀ ਪੰਜਾਬ ਦੀ ਜਿਹੜੀ ਕੈਪੀਟਲ ਆ ਪੰਜਾਬ ਦਾ, ਜਿਹੜਾ ਚੰਡੀਗੜ੍ਹ ਦੇ ਨੇੜੇ ਪੈ ਜਾਂਦਾ ਹੈ। ਪਰ ਉੱਥੇ ਜਾ ਕੇ ਜਿਹੜੀ ਬੋਲੀ ਹੈ ਉਹਦੇ ਵਿੱਚ ਹਿੰਦੀ ਤੇ ਕਾਫੀ ਬੋਲੀਆਂ ਮਿਕਸ ਹੋ ਜਾਂਦੀਆਂ ਨੇ, ਬੋਲਦੇ ਹੀ ਉਹ ਪੰਜਾਬੀ ਨੇ। ਦਾਲ ਸਿੱਧਾ ਮੰਗੋ ਘਿਓ ਤੇ ਹਮਰਾ ਖੁਸ਼ੀ ਕਰੈ ਨਿਤ ਜੀਓ। ਕਹਿਣ ਲੱਗੇ ਜੇਕਰ ਆਹ ਪਦਾਰਥ ਮਿਲ ਜਾਣ ਨਾ, ਦਾਲ ਸਿੱਧਾ ਤੇ ਘਿਓ,
ਰਸੋਈ ਦਾ ਸਮਾਨ ਮਿਲ ਜਾਏ ਨਾ ਥੋੜ੍ਹਾ, ਤੇ ਮੈਂ ਥੋੜ੍ਹਾ ਸੌਖਾ ਹੋ ਜਾਵਾਂ। ਤੇ ਸੌਖਾ ਬੰਦਾ ਹੀ ਖੁਸ਼ ਹੁੰਦਾ ਹੈ, ਜਿਹੜਾ ਬੰਦਾ ਔਖਾ ਉਹ ਤਾਂ ਵੈਸੇ ਦੁਖੀ ਰਹਿੰਦਾ ਹੈ। ਹਮਰਾ ਖੁਸ਼ੀ ਕਰੇ ਰਤ ਜੀਓ। ਕਿਸੇ ਨੂੰ ਲੱਖ ਰੁਪਏ ਦੀ ਚੀਜ਼ ਦੇ ਦਿਓ, ਉਹ ਜ਼ਬਾਨ ਤੋਂ ਖੁਸ਼ ਨਹੀਂ ਹੋਵੇਗਾ। ਪਰ ਇੱਕ ਭੁੱਖੇ ਨੂੰ ਪ੍ਰਸ਼ਾਦਾ ਛਕਾ ਦਿਓ, ਉਹ ਮੁੱਖ ਤੋਂ ਨਹੀਂ ਬੋਲੇਗਾ, ਪਰ ਉਹਦੇ ਅੰਦਰ ਦੀਆਂ ਆਂਦਰਾਂ ਅਸੀਸ ਦੇਣਗੀਆਂ, ਜਿਹੜੀਆਂ ਭੁੱਖ ਨਾਲ ਤੜਪ ਰਹੀਆਂ। ਉਹਨੂੰ ਸ਼ਾਂਤੀ ਮਿਲੇਗੀ, ਉਹਨੂੰ ਟਿਕਾਓ ਮਿਲੇਗਾ ਅੰਦਰ ਤੋਂ। ਇਹ ਸਿਧਾਂਤ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ। ਕਿਰਤ ਕਰੋ ਤੇ ਨਾਮ ਜਪੋ, ਤੇ ਕੀਤੀ ਹੋਈ ਕਿਰਤ ਨੂੰ ਵੰਡ ਕੇ ਛਕੋ, ਲੋੜਵੰਦਾਂ ਦੀ ਮਦਦ ਕਰੋ। ਹਮਰਾ ਖੁਸ਼ੀ ਕਰੈ ਨਿਤ ਜੀਓ। ਫਿਰ ਭਗਤ ਜੀ ਕਹਿੰਦੇ ਪਨੀਆਂ ਸ਼ਾਦਨ ਨੇਕਾ। ਪਨੀਆਂ, ਪਨ ਹੀ ਕਹਿੰਦੇ ਨੇ ਜੁੱਤੀ ਨੂੰ। ਜਦੋਂ ਅਸੀਂ ਰਵਿਦਾਸ ਜੀ ਦੀ ਬਾਣੀ ਪੜ੍ਹਦੇ ਨਾ, ਤੇ ਰਵਿਦਾਸ ਜੀ ਕਹਿੰਦੇ ਨੇ ਲੋਕ ਗੰਠਾਵੈ ਪਨਹੀ। ਕਹਿਣ ਲੱਗੇ ਮੇਰੇ ਤੋਂ ਲੋਕ ਜੁੱਤੀਆਂ ਗੜਾਉਂਦੇ ਨੇ। ਪਨੀਆਂ ਸ਼ਾਦਨ, ਸ਼ਾਦਨ ਕਹਿੰਦੇ ਨੇ ਕੱਪੜੇ ਨੂੰ, ਤੇ ਨੀਕਾ ਬਾਗੜੀ ਦੇ ਵਿੱਚ ਕਹਿੰਦੇ ਨੇ ਚੰਗੇ ਨੂੰ। ਅੱਛਾ ਵੀ ਕਹਿ ਦਿੰਦੇ ਨੇ, ਅੱਛਾ ਵੀ ਕਹਿ ਦਿੰਦੇ ਨੇ, ਫੂਟਰਾ ਵੀ ਕਹਿ ਦਿੰਦੇ ਨੇ, ਜਾਡਾ ਵੀ ਕਹਿ ਦਿੰਦੇ ਨੇ। ਪਨੀਆਂ ਸ਼ਾਦਨ ਨੀਕਾ, ਕਹਿਣ ਲੱਗੇ ਮੈਨੂੰ ਇੱਕ ਜੁੱਤੀ ਚਾਹੀਦੀ ਹੈ, ਵਧੀਆ ਰਾਜਸਥਾਨੀ ਜੁੱਤੀ ਹੋਵੇ ਜਿਹਦੇ ਵਿੱਚ ਕੰਢੇ ਨਾ ਲੰਘਣ। ਸ਼ਾਦਨ ਵਧੀਆ ਕੱਪੜਾ ਹੋਵੇ ਪਹਿਨਣ ਵਾਸਤੇ, ਨੀਕਾ ਚੰਗਾ ਹੋਵੇ ਕੱਪੜਾ, ਸੋਹਣਾ ਹੋਵੇ। ਅਨਾਜ ਮੰਗੋ ਸਤ ਸੀਕਾ, ਕਹਿਣ ਲੱਗੇ ਅਨਾਜ ਵੀ ਚਾਹੀਦਾ ਹੈ। ਅਨਾਜ ਸਤ ਸੀਕਾ, ਕਈ ਵਿਦਵਾਨਾਂ ਨੇ ਇਹਦਾ ਅਰਥ ਕੀਤਾ ਹੈ ਕਿ 7 ਵਾਹਾਂ ਵਾਲਾ, 7 ਵਾਰੀ ਜ਼ਮੀਨ ਵਾਹੀ ਹੋਵੇ। ਪਰ ਕਈ ਵਿਦਵਾਨ ਸਾਡੇ ਵੱਡੇ ਯਾਨੀ ਮਾਨ ਸਿੰਘ ਜੀ ਚੌਰ, ਉਹਨਾਂ ਨੇ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਸੀ। ਉਹ ਕਹਿਣ ਲੱਗੇ ਸਤ ਸੀਕਾ, 7 ਜਤ 7 ਵਾਲਾ, ਸੰਤੋਖ ਵਾਲਾ। ਕਿਉਂਕਿ ਅਨਾਜ ਦੇ ਵਿੱਚ ਵੀ ਪਾਵਰ ਹੁੰਦੀ ਨੇ, ਸ਼ਕਤੀ ਹੁੰਦੀ ਆ। ਅਨਾਜ ਦੇ ਵਿੱਚ ਵੀ ਗ੍ਰਹਿਣ ਕਰਨ ਦੀ ਪਾਵਰ ਹੁੰਦੀ ਹੈ। ਤੇ ਫਿਰ ਜਿਸ ਤਰ੍ਹਾਂ ਦਾ ਅਸੀਂ ਖਾਂਦੇ ਨੇ, ਜੈਸਾ ਖਾਵੇ ਅੰਨ ਤੇ ਤੈਸਾ ਹੋਵੇ ਮਨ। ਪਿਛਲੇ ਦਿਨੀ ਮੈਂ ਬੇਨਤੀ ਕਰੀ ਸੀ ਦੀਵਾਨ ਦੇ ਅੰਦਰ ਵੀ, ਜਦੋਂ ਅਸੀਂ ਪ੍ਰਸ਼ਾਦਾ ਰੱਖ ਕੇ ਅਰਦਾਸ ਬੇਨਤੀ ਕਰਦੇ ਹਾਂ ਨਾ, ਤਾਂ ਉਹਦੇ ਅੰਦਰ ਜਿਹੜੀ ਨੈਗੇਟਿਵਿਟੀ ਹੁੰਦੀ ਹੈ ਨਾ, ਉਹ ਦੂਰ ਹੋ ਜਾਂਦੀ ਹੈ। ਆ ਤੁਸੀਂ ਦੇਖਣਾ ਗੁਰੂ ਘਰ ਆ ਕੇ ਪ੍ਰਸ਼ਾਦਾ ਸਾਨੂੰ ਸਵਾਦ ਲੱਗਦਾ, ਕਿਉਂ? ਕਿਉਂਕਿ ਇੱਥੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦਿਆਂ, ਕੀਰਤਨ ਕਰਦਿਆਂ, ਸਤਨਾਮ ਵਾਹਿਗੁਰੂ ਕਰਦਿਆਂ, ਵਾਹਿਗੁਰੂ ਨੂੰ ਚੇਤੇ ਕਰਦਿਆਂ, ਇਤਿਹਾਸ ਦੀਆਂ ਗੱਲਾਂ ਕਰਦਿਆਂ ਲੰਗਰ ਤਿਆਰ ਹੁੰਦਾ ਹੈ। ਤੇ ਜੇ ਇਹ ਗੁਰੂ ਘਰ ਵਾਲੇ ਪ੍ਰਸ਼ਾਦੇ ਵਰਗਾ ਆਨੰਦ ਲੈਣਾ ਹੋਵੇ ਨਾ ਘਰੇ, ਤੇ ਅਜਮਾਇਸ਼ ਕਰ ਲਿਆ ਜੀ। ਘਰੇ ਪ੍ਰਸ਼ਾਦਾ ਬਣਾਉਣ ਵੇਲੇ ਜਪਜੀ ਸਾਹਿਬ ਦਾ ਪਾਠ ਲਾ ਲਿਆ ਜੀ ਕੋਲੇ, ਜਪਜੀ ਸਾਹਿਬ ਦਾ ਪਾਠ ਕਰਿਆ ਜੇ, ਫਿਰ ਦੇਖਿਆ ਜੇ। ਕਈ ਵਾਰੀ ਅਸੀਂ ਆਮ ਦੇਖਦੇ ਹਾਂ, ਬੀਬੀਆਂ ਕਹਿ ਦਿੰਦੀਆਂ ਕਮਾਈ ਬੜੀ ਆਉਂਦੀ ਹੈ ਬਾਬਾ ਜੀ, ਥੜੇ ਥੂ ਨਹੀਂ ਲੱਗਦੀ, ਵੀ ਕਿਤੇ ਬਰਕਤ ਪੈ ਜਾਏ। ਤੇ ਬਰਕਤ ਇਸੇ ਗੱਲ 'ਚ ਹੀ ਹੈ। ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ, ਮੂਲ ਮੰਤਰ ਦੇ ਪਾਠ ਕਰੋ, ਜਦੋਂ ਪ੍ਰਸ਼ਾਦਾ ਤਿਆਰ ਕਰਦੇ ਹੋ, ਫਿਰ ਦੇਖੋ ਬਰਕਤ ਪੈਂਦੀ ਹੈ ਕਿ ਨਹੀਂ। ਇਹ ਇੱਦਾਂ ਨਹੀਂ ਕਹਿ ਰਹੇ। ਇਤਿਹਾਸ ਦੇ ਵਿੱਚ ਇੱਕ ਜੋਗੀ ਆਇਆ ਤੇ ਸਾਹਿਬ ਕਮਾਲ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦਸਮ ਪਿਤਾ, ਉਹ ਗੁਰਤਾ ਗੱਦੀ ਤੇ ਸੁਭਾਈਮਾਨ ਸਨ। ਤੇ ਲੰਗਰ ਦੇ ਵਿੱਚ ਜੋਗੀ ਆ ਕੇ ਬੈਠ ਗਿਆ, ਉਹਦੇ ਕੋਲ ਸਿੱਧੀ ਸੀ, ਤੇ ਪ੍ਰਸ਼ਾਦਾ ਛਕਣ ਲੱਗ ਪਿਆ। ਪ੍ਰਸ਼ਾਦਾ ਛਕਦਿਆਂ ਛਕਦਿਆਂ ਸਾਰੇ ਛਕ ਛਕ ਕੇ ਉੱਠ ਗਏ, ਕਈ ਉਹਦੇ ਨਾਲ ਨੂੰ ਉੱਠ ਗਏ, ਕਈ ਪੂਰ ਪ੍ਰਸ਼ਾਦੇ ਛਕ ਛਕ ਕੇ ਉੱਠ ਗਏ। ਉਹ ਬੈਠੇ ਦਾ ਬੈਠਾ, ਅਖੀਰ ਨੂੰ ਲੰਗਰ ਮਸਤਾਨਾ ਹੋ ਗਿਆ। ਸਿੱਖਾਂ ਸੇਵਕਾਂ ਨੇ ਆ ਕੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਇੱਕ ਜੋਗੀ ਬੈਠਾ ਹੈ, ਉਹ ਪ੍ਰਸ਼ਾਦੇ ਦੀ ਮੰਗ ਕਰ ਰਿਹਾ। ਮਹਾਰਾਜ ਕਹਿੰਦੇ ਛਕਾਓ। ਕਹਿਣ ਲੱਗੇ ਸੱਚੇ ਪਾਤਸ਼ਾਹ ਸਵੇਰ ਦਾ ਛਕਾਉਣ ਲੱਗੇ, ਰੱਜਦਾ ਹੀ ਨਹੀਂ, ਪਤਾ ਨਹੀਂ ਕੀ ਖਾ ਕੇ ਆਇਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿਣ ਲੱਗੇ ਕੋਈ ਲੰਗਰ 'ਚ ਪ੍ਰਸ਼ਾਦਾ ਪਿਆ। ਕਹਿਣ ਲੱਗੇ ਮਹਾਰਾਜ ਫਤਿਹ ਹੋ ਗਿਆ। ਕਹਿਣ ਲੱਗੇ ਵੇਖੋ ਤੇ ਸਰੀ।
ਹੋ ਸਕਦਾ ਪਿਆ ਹੋਵੇ। ਇੱਕ ਸਿੱਖ ਕਹਿਣ ਲੱਗਾ ਜੀ ਮੈਂ ਜਾਣਾ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਜਾਓ। ਲੰਗਰ 'ਚ ਗਿਆ ਤੇ ਚੱਪਾ ਕੁ ਰੋਟੀ, ਚੱਪਾ ਕਹਿੰਦੇ ਨੇ 4 ਉਂਗਲਾਂ ਨੂੰ, ਰੋਟੀ ਦਾ ਇੱਕ ਥੋੜ੍ਹੀ ਜਿਹੀ ਟੁਕੜਾ ਉਹ ਲਿਆ ਕੇ ਗਰੀਬ ਨਵਾਜ ਨੂੰ ਫੜਾ ਦਿੱਤਾ। ਦਸਮ ਪਿਤਾ ਮਹਾਰਾਜ ਦੇ ਹੱਥ 'ਤੇ ਧਰਤਾ। ਪਿਤਾ ਮਹਾਰਾਜ ਨੇ ਉਸ ਟੁਕੜੇ ਨੂੰ ਆਪਣੇ ਹੱਥ 'ਤੇ ਲਿਆ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ, ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹੰ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। हे ਗੁਰੂ ਨਾਨਕ ਸੱਚੇ ਪਾਤਸ਼ਾਹ, ਤੁਹਾਡਾ ਲੰਗਰ ਹੈ, ਆਪ ਰਹਿਮਤ ਕਰੋ, ਬਖਸ਼ਿਸ਼ ਕਰੋ, ਕਰ ਪ੍ਰਸਾਦ, ਕਿਰਪਾ ਕਰੋ। ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਉਹ ਟੁਕੜਾ ਫੜਾ ਦਿੱਤਾ। ਕਹਿਣ ਲੱਗੇ ਉਹਨੂੰ ਕਹਿ ਦਿਓ ਨਾਥ ਜੀ ਆ ਛਕੋ, ਬਸ ਮੈਂ ਹੁਣੇ ਲੈ ਕੇ ਆਉਣਾ ਪ੍ਰਸ਼ਾਦਾ। ਹੁਣ ਨਾਥ ਜੀ ਨੇ ਦਾਲਾ ਪਿਆ ਸੀ ਅੱਗੇ, ਪ੍ਰਸ਼ਾਦਾ ਫੜਿਆ, ਇੱਕ ਬੁਰਕੀ ਬਣਾਈ ਤੇ ਖਾ ਬੈਠਾ। ਹੁਣ ਖਾ ਤੇ ਬੈਠਾ, ਪਚੇਗਾ ਕਿਵੇਂ? ਐਡੀ ਬਖਸ਼ਿਸ਼, ਐਡੀ ਬਰਕਤ ਵਾਲਾ ਪ੍ਰਸ਼ਾਦਾ, ਉਹ ਪ੍ਰਸ਼ਾਦਾ ਜਿਹਨੂੰ ਸਾਹਿਬੇ ਕਮਾਲ ਦਾ ਹੱਥ ਲੱਗਾ ਹੋਵੇ ਤੇ ਸਾਹਿਬੇ ਕਮਾਲ ਨੇ ਬਾਣੀ ਪੜ੍ਹੀ ਹੋਵੇ। ਪਰ ਜਿੰਨੇ ਪ੍ਰਸ਼ਾਦੇ ਸਨ ਛਕੇ ਸਵੇਰ ਦੇ, ਸਾਰੇ ਹਾਜ਼ਰ ਹੋ ਗਏ। ਪੇਟ ਦੇ ਵਿੱਚ ਦਰਦ ਹੋਣ ਲੱਗ ਗਿਆ, ਲਿਟਣ ਲੱਗ ਪਿਆ, ਮੈਨੂੰ ਬਚਾਓ। ਫਿਰ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਉੱਥੇ ਸਿੱਖਾਂ ਸੇਵਕਾਂ ਨੂੰ ਸਮਝਾਇਆ। ਕਹਿਣ ਲੱਗੇ ਸਿੱਖੋ, ਗੁਰੂ ਘਰ ਤੇ ਸਿੱਖ ਦਾ ਘਰ, ਇਹਦੇ 'ਚ ਕੋਈ ਅੰਤਰ ਨਹੀਂ ਹੈ। ਜਦੋਂ ਘਰ ਪ੍ਰਸ਼ਾਦਾ ਤਿਆਰ ਕਰਦੇ ਹੁੰਦੇ ਹੋ ਉਦੋਂ ਬਾਣੀ ਪੜ੍ਹਿਆ ਕਰੋ। ਬਾਣੀ ਪੜ੍ਹ ਕੇ ਜਦੋਂ ਤੁਸੀਂ ਕੋਈ ਚੀਜ਼ ਤਿਆਰ ਕਰੋਗੇ, ਅਕਾਲ ਪੁਰਖ ਵਾਹਿਗੁਰੂ ਉਸ ਅੰਨ ਦੇ ਵਿੱਚ ਬਾਣੀ ਦੀ ਬਰਕਤ ਪਾਏਗਾ। ਤੁਸੀਂ ਦੇਖੋ, ਆਬੇ ਹਯਾਤ ਹੈ ਜਿਹੜਾ ਅੰਮ੍ਰਿਤ ਜਦੋਂ ਤਿਆਰ ਕੀਤਾ ਜਾਂਦਾ ਹੈ, ਕੀ ਹੁੰਦਾ ਹੈ? ਜਲ ਦੇ ਵਿੱਚ ਪਤਾਸੇ ਪਾਏ ਜਾਂਦੇ ਨੇ ਤੇ ਫਿਰ ਕੀ ਕੀਤਾ ਜਾਂਦਾ ਹੈ? 5 ਬਾਣੀਆਂ ਦਾ ਨਿਤਨੇਮ, ਬਾਣੀ ਪੜ੍ਹੀ ਜਾਂਦੀ ਹੈ। ਜਦੋਂ ਪਾਣੀ ਦੇ ਉੱਤੇ ਬਾਣੀ ਪੜ੍ਹੀ ਜਾਂਦੀ ਹੈ ਨਾ, ਅੰਮ੍ਰਿਤ ਤਿਆਰ ਹੋ ਜਾਂਦਾ ਹੈ। ਤੇ ਉਹ ਅੰਮ੍ਰਿਤ ਜਿਹਦੇ ਨਾਲ ਬੰਦ ਵੀ ਕਟਵਾਏ ਜਾ ਸਕਦੇ ਆ, ਉਹ ਅੰਮ੍ਰਿਤ ਜਿਹਦੇ ਨਾਲ ਸੁਰਤ ਦਸਮ ਦੁਆਰ ਦੇ ਵਿੱਚ ਚਲੀ ਜਾਂਦੀ ਹੈ, ਉਹ ਅੰਮ੍ਰਿਤ ਜਿਹੜਾ ਜੀਵਨ ਤੇ ਮਰਨ ਤੋਂ ਮੁਕਤ ਕਰ ਦਿੰਦਾ ਹੈ। ਅੰਮ੍ਰਿਤ, ਅ ਦਾ ਅਰਥ ਹੈ ਰਹਿਤ, ਮ੍ਰਿਤ ਦਾ ਅਰਥ ਹੈ ਮੌਤ। ਰਹੋ ਵਿਚਾਰ, ਮੈਂ ਪਰਤ ਕੇ ਆਪਣੇ ਵਿਸ਼ੇ ਵੱਲ ਜਾਵਾਂ। ਸਾਹਿਬ ਕਹਿੰਦੇ ਅਨਾਜ ਮੰਗੋ ਸਤ ਸੀ ਕਾ। ਕਹਿਣ ਲੱਗੇ ਮੈਨੂੰ ਜਤ ਸਤ ਤੇ ਸੰਤੋਖ ਦਾ ਜਿਹੜਾ ਅਨਾਜ ਹੈ ਉਹ ਬਖਸ਼ਿਸ਼ ਕਰ, ਜਿਹਨੂੰ ਖਾ ਕੇ ਤੇਰੀ ਯਾਦ ਆਵੇ, ਜਿਹਨੂੰ ਖਾਦਿਆਂ ਤੇਰੇ ਚਰਨਾਂ ਦੇ ਨਾਲ ਮੇਰਾ ਧਿਆਨ ਜੁੜੇ, ਮੈਂ ਤੇਰੀ ਬੰਦਗੀ 'ਚ ਜੁੜਾਂ। ਫਿਰ ਕਹਿੰਦੇ ਨੇ ਗਊ ਭੈਂਸ ਮੰਗੋ ਲਵੇਰੀ। ਗਊ, ਗਾਂ, ਕਹਿੰਦੇ ਕਿ ਸੱਜਰ ਸੂਈ ਗਾਂ, ਇੱਕ ਮੱਝ, ਲਵੇਰਾ ਦਿਓ ਘਰ ਦੇ ਵਿੱਚ। ਅਸੀਂ ਇੱਕ ਲਵੇਰਾ ਸ਼ਬਦ ਵਰਤ ਲੈਂਦੇ ਹਾਂ ਸੱਜਰ ਸੂਈ ਨੂੰ। ਗਊ ਰਾਜਸਥਾਨ 'ਚ ਬੋਲਦੇ ਨੇ ਭੈਂਸ, ਅਸੀਂ ਕਹਿੰਦੇ ਨੇ ਮੈਂ, ਮੱਝ, ਜਾਂ ਕਿਤੇ ਕਿਤੇ ਮਹੀਂ ਵੀ ਬੋਲਦੇ ਨੇ। ਗਊ ਭੈਂਸ ਮੰਗੋ ਲਵੇਰੀ, ਸੱਜਰ ਸੂਈ ਹੋਵੇ। ਇੱਕ ਤਾਜਨ ਤੁਰੀ ਚੰਗੇਰੀ। ਤਾਜਨ ਕਹਿੰਦੇ ਨੇ ਅਰਬੀ ਨਸਲ ਦੀ ਘੋੜੀ, ਅਰਬ ਦੀ ਇੱਕ ਨਸਲ ਹੈ। ਕਹਿਣ ਲੱਗੇ ਇੱਕ ਤਾਜਨ ਤੁਰੀ ਚੰਗੇਰੀ, ਇੱਕ ਘੋੜੀ ਹੋਵੇ ਮੇਰੇ ਚੜ੍ਹਨ ਵਾਸਤੇ ਸਵਾਰੀ। ਅੱਜ ਕੱਲ੍ਹ ਦੇ ਅਸੀਂ ਬੋਲਣਾ 'ਚ ਕਹਿ ਲਈਏ ਤੇ ਗੱਡੀ ਹੋਵੇ ਇੱਕ ਸੱਚੇ ਪਾਤਸ਼ਾਹ ਇੱਧਰ ਉੱਧਰ ਜਾਣ ਵਾਸਤੇ। ਇੱਕ ਤਾਜਨ ਤੁਰੀ ਚੰਗੇਰੀ। ਫਿਰ ਕਹਿੰਦੇ ਹੁਣ ਇੰਨਾ ਸਮਾਨ ਦੇ ਦਿੱਤਾ, ਘਰੇ ਲਵੇਰੀ ਹੈ, ਘਰੇ ਅੰਨ ਪਾਣੀ ਹੈ, ਘਰੇ ਕੱਪੜਾ ਲੀੜਾ ਵਾਧੂ ਹੈ, ਦਾਣਾ ਫੱਕਾ ਵਾਧੂ ਹੈ, ਸਾਂਭਣ ਵਾਲੀ ਵੀ ਚਾਹੀਦੀ ਹੈ ਨਾ ਇੱਕ। ਭਗਤ ਧੰਨਾ ਜੀ ਕਹਿੰਦੇ ਘਰ ਕੀ ਗੀਹਨ ਚੰਗੀ। ਭਗਤ ਜੀ ਅਕਾਲ ਪੁਰਖ ਵਾਹਿਗੁਰੂ ਤੋਂ ਇੱਕ ਸਿਆਣੀ ਘਰਵਾਲੀ ਦੀ ਮੰਗ ਕਰਦੇ ਨੇ। ਗੀਹਨ ਸ਼ਬਦ ਹੈ ਹਿੰਦੀ ਦਾ, ਗ੍ਰਹਿਣੀ ਨੂੰ ਕਹਿੰਦੇ ਨੇ।
घर सांभण वाली बीबी, घर की गीहन चंगी, कहण लगे चंगी होवे नेक होवे, जन धन्ना लेवे मंगी। हे अकाल पुरख वाहिगुरू, धन्ना तेरे चरनां दे विच बेनती करदा है, आप रहमत बख्शिश करके मैनू इन्हां वस्तुआं दी बख्शिश करो। तो मैं नाल ही लगदा एक शब्द भगत कबीर जी का थोड़ा जिहा आप जी दे नाल साझा करके फिर मैं समाप्ति करांगा। कबीर जी कहंदे जेकर इन्ने पदार्थ ना मिलन, समझो ना दाल मिले, ना सीधा मिले, ना घ्यो मिले, ना कपड़ा मिले, ना चढ़न वास्ते सवारी मिले, हैं जी, ना अनाज होवे, ना सोहने कपड़े होण, ना पैर नूं जुत्ती होवे, पेट 'च भी कुछ ना होवे, फिर कहंदे भूखे भगत ना कीजै। भुखे तो भगती भी नहीं हुंदी, भुखे नूं हमेशा भुखी चेते आउंदी है। वो सियाणे कहंदे ने पंजाबी दे विच, ढिड ना पईआं रोटियां ते सारियां गल्लां खोटियां, फिर कुछ नहीं चंगा लगदा, क्योंकि रोटी है जिहड़ी मनुख दा जीवन है। मैं बेनती करा जिहड़ियां असीं बैंक बैलेंस नहीं इकट्ठा कर रखिया, जमीन है, दुकाना मकान ने, होर है, जितना भी सारा है मटीरियलिज्म है सारा, असल च की है, ये रोटियां ने सारियां। बैंक च पए हुए पैसे पैसे नहीं हैं, रोटियां दियां पंडां है, और कुछ भी नहीं है। क्योंकि रोटी तो है, रोटी कित्थों पैदा दे, मिट्टी चों, मनुख मिट्टी चों पैदा होंदा है, तो मनुख मिट्टी दे विच ही मिल जाता है। कहंदे भूखे भगत ना कीजै, या माला अपनी लीजै। कहण लगे माला फड़ो, मेरे तो भगती नहीं हुंदी, क्योंकि ध्यान तो मेरा भुख वाल है। पाकिस्तान दे विच ना रावी दे किनारे एक विद्वान होया गुलाम फरीद, वो कहंदा फरीदा मौतों भुख बुरी, राती खा के पे ते सुबह फिर खड़ी, राती खाधे सी हजम हो गए, सवेरे फिर लग गई है। कहंदे भूखे भगत न कीजै, या माला अपनी लीजै, हो मांगो संत नरेना, मैं ना ही किसी का देना, माधो कैसी बने तुम संगे, आप न देवो तो लेवो मंगे। हुण माधो तू नहीं देंदा तो फिर मैनूं मंगना तो पएगा, जिवें भगत धन्ना जी ने बेनती की है। तो कबीर जी भी कहंदे ने, कहंदे दोए सिर मांगो चूना, ते पाओ घिओ संग लूना। आटा दो सिर, दो सिर मांगो चूना, पाओ घिओ संग लूना, अध सिर मांगो दाले, ते मोको दोनों वक्त जवाले। खाट मांगो चौपाई, खाट कदन मंजी नूं, सराहना अवर तुलाई, ऊपर को मांगो खींदा, खींदा कदन खेस नूं, तेरी भगत करे जन थींदा। वो कहण लगे बहुता कुछ तो नहीं मंग रहा। फिर कबीर जी कहते मैं ना ही कीता लब्बो, मैं लोभ नहीं कर रहा, एक नाव तेरा मैं फब्बो, कह कबीर मन मान्या तो हर जानिया। ये जरूरत दीयां वस्तां ने जड़ियां भगत धन्ना जी उन्ना ही मंगते हैं जिन्ना एक परिवार नूं चलाउण वास्ते चाहिए। ये नहीं कहते भी बैंकां दे बैंक भर जाण, मेरे को इन्ना कुछ होवे कि मेरियां आउण वालियां पीढ़ियां हरामी हो जाण, कम ही ना करन, बैठे खाण ते बंदे नूं बंदा ना समझण। किते ना किते आ बीमारी साडे पंजाब दे विच चली हुई है। किरती मनुख किरत छड्ड के आराम प्रस्त हो गया, विलड़ हो गया, ते किते ना किते उहदा खमियाजा साडियां आउण वालियां पीढ़ियां नूं भुगतना पवेगा। गुरु भला करे, सानू किरती बनावे, सानू अपना पिछोकड़, अपना इतिहास, अपना विरसा चेते आवे। गुरु सब दा भला करे। महाराज सच्चे पातशाह रहमत बख्शिश करे, अपनी उम्मत दी हथ दे के राखी करे। सबना नूं जीओ आया, सबना दा धन्नवाद। सब तो वध धन्नवाद साहिब कमाल जी दा, गुरु ग्रंथ साहिब जी दा, जिन्हां दे पावन चरणां 'च आपां जुड़ मिल बैठे हैं। ते सतगुरु ने अमृत वेले समत बख्शी है। सो अमृत वेले दे दीवान दी ऐतनिक हाज़री प्रवान करनी, भुल चुक दी खिमा। दोनों हाथ जोड़िए, रसना पवित्र करिए, सारी संगत भज के फतेह बुलाइए जी। वाहिगुरु जी का खालसा, वाहिगुरु जी।